ਅੱਜ ਆਪਾਂ ਅਨੁਵਾਦ ਅਧਿਐਨ ਨਾਮਕ ਪੁਸਤਕ ਬਾਰੇ ਚਰਚਾ ਕਰਾਂਗੇ। ਵੈਸੇ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਅਨੁਵਾਦ ਓਨਾ ਹੀ ਪੁਰਾਣਾ ਹੈ ਜਿੰਨੀ ਪੁਰਾਣੀ ਭਾਸ਼ਾ ਜਾਂ ਮਨੁੱਖੀ ਹੋਂਦ, ਪਰ ਖਾਸ ਕਰਕੇ 1990ਵਿਆਂ ਤੋਂ ਬਾਅਦ ਜਦੋਂ ਅਨੁਵਾਦ ਅਧਿਐਨ ਨੂੰ ਇੱਕ ਵਿਸ਼ੇ ਦੇ ਰੂਪ ਵਿੱਚ ਪੂਰੀ ਦੁਨੀਆ ਵਿੱਚ ਪੜ੍ਹਿਆ ਜਾਣ ਲੱਗਿਆ ਅਤੇ ਖਾਸ ਕਰ ਭਾਰਤ ਦੇ ਸੰਦਰਭ ਵਿੱਚ ਜਿਹੜਾ ਕਿ ਇੱਕ ਮਲਟੀਲਿੰਗੁਅਲ ਅਤੇ ਮਲਟੀਕਲਚਰਲ ਦੇਸ਼ ਹੈ, ਉੱਥੇ ਵੀ ਪੂਰੇ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿੱਚ, ਸੰਸਥਾਵਾਂ ਦੇ ਵਿੱਚ ਅਨੁਵਾਦ ਅਧਿਐਨ ਦੀ ਗੱਲ ਤੁਰਨ ਲੱਗੀ। ਅਤੇ ਇਸ ਤੋਂ ਵੀ ਵੱਧ ਕੇ ਜਦੋਂ ਅਨੁਵਾਦ ਇੱਕ ਰੁਜ਼ਗਾਰ ਦੇ ਤੌਰ 'ਤੇ ਉੱਭਰਿਆ ਅਤੇ ਇਸ ਤਰ੍ਹਾਂ ਨਾਲ ਇੱਕ ਅਨੁਵਾਦ ਬਾਰੇ ਜਿਹੜੀ ਪੂਰੀ ਦੁਨੀਆ ਵਿੱਚ ਅਤੇ ਭਾਰਤ ਵਿੱਚ ਚਰਚਾ ਹੋਈ। ਇਸ ਦੇ ਨਾਲ ਨਾਲ ਇੱਕ ਬੜੀ ਗੱਲ ਦੇਖਣ 'ਚ ਆਉਂਦੀ ਹੈ ਕਿ ਇੱਕ ਪਾਸੇ ਜਿਹੜਾ ਲੋਕ ਸੰਵਾਦ ਚੱਲ ਰਿਹਾ ਹੁੰਦਾ ਹੈ, ਦੂਜੇ ਪਾਸੇ ਅਕਾਦਮਿਕ ਹਲਕਿਆਂ ਦੇ ਵਿੱਚ ਸੰਵਾਦ ਚੱਲ ਰਿਹਾ ਹੁੰਦਾ ਹੈ, ਤਾਂ ਇਹਨਾਂ ਦੋਨਾਂ ਦੇ ਵਿਚਾਲੇ ਬਹੁਤ ਵੱਡਾ ਗੈਪ ਹੁੰਦਾ ਹੈ ਜਾਂ ਦੋਨੋਂ ਹੀ ਇੱਕ ਵੱਖ-ਵੱਖ ਤੌਰ 'ਤੇ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ। ਤਾਂ ਅਨੁਵਾਦ ਰਾਹੀਂ ਜਿਹੜਾ ਲੋਕ ਸੰਵਾਦ ਹੈ ਅਤੇ ਜਿਹੜਾ ਅਕਾਦਮਿਕ ਸੰਵਾਦ ਹੈ, ਇਸ ਦੇ ਵਿਚਾਲੇ ਕੋਈ ਇੱਕ ਪੁਲ ਦਾ ਕੰਮ ਅਨੁਵਾਦ ਰਾਹੀਂ ਕੀਤਾ ਜਾ ਸਕਦਾ ਹੈ। ਨਹੀਂ ਤਾਂ ਜੇ ਲੋਕ ਸੰਵਾਦ ਅਤੇ ਅਕਾਦਮਿਕ ਸੰਵਾਦ ਦਾ ਕੋਈ ਆਪਸ 'ਚ ਤਾਲਮੇਲ ਨਹੀਂ ਹੋਊਗਾ ਤਾਂ ਫਿਰ ਅਕਾਦਮਿਕ ਜਗਤ ਹੈ ਜਿਹੜਾ ਉਹ ਇਰਰੈਲੇਵੈਂਟ ਹੋ ਜਾਊਗਾ ਹੌਲੀ ਹੌਲੀ। ਤਾਂ ਇਸ ਕਰਕੇ ਜੇ ਅਸੀਂ, ਕਿਉਂਕਿ ਜਿਹੜਾ ਸੰਵਾਦ ਹੈ ਲੋਕਾਂ ਦੇ ਵਿੱਚ ਅਤੇ ਅਕਾਦਮਿਕਤਾ ਦੇ ਵਿੱਚ ਜੇ ਸੰਵਾਦ ਹੋ ਸਕਦਾ ਹੈ ਤਾਂ ਉਹ ਲੋਕ ਭਾਸ਼ਾਵਾਂ ਵਿੱਚ ਹੀ ਹੋ ਸਕਦਾ ਹੈ ਜਾਂ ਦੇਸ਼ ਦੀਆਂ ਭਾਸ਼ਾਵਾਂ ਵਿੱਚ ਹੀ ਇਸ ਦੀ ਜ਼ਿਆਦਾ ਸੰਭਾਵਨਾ ਹੈ। ਤਾਂ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੀਆਂ ਭਾਰਤੀ ਭਾਸ਼ਾਵਾਂ ਅਤੇ ਖਾਸ ਕਰ ਆਪਣੀ ਪੰਜਾਬੀ ਭਾਸ਼ਾ ਨੂੰ ਇੱਕ ਗਿਆਨ ਦੀ ਭਾਸ਼ਾ ਬਣਾਈਏ, ਤਾਂ ਕਿ ਇੱਕ ਗਿਆਨ ਨਾਲ ਉਸ ਭਾਸ਼ਾ ਨੂੰ ਜੋੜ ਕੇ, ਔਰ ਇਹ ਅਨੁਵਾਦ ਰਾਹੀਂ ਹੋ ਸਕਦਾ ਹੈ ਜਦੋਂ ਬਹੁਤ ਸਾਰਾ ਜਿਹੜਾ ਗਿਆਨ ਆਸੇ ਪਾਸੇ ਦੀਆਂ ਭਾਸ਼ਾਵਾਂ ਵਿੱਚੋਂ ਆਊਗਾ, ਅਤੇ ਅਨੁਵਾਦ ਇਹਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ ਹੈ। ਸਿਰਫ ਅਨੁਵਾਦ ਨਾਲ ਹੀ ਕੰਮ ਚੱਲਣ ਵਾਲਾ ਨਹੀਂ ਹੈ, ਬਲਕਿ ਅਨੁਵਾਦ ਨਾਲ ਜਦੋਂ ਗਿਆਨ ਦੀ ਭਾਸ਼ਾ ਹੌਲੀ ਹੌਲੀ ਬਣਦੀ ਜਾਊਗੀ ਤਾਂ ਇੱਕ ਆਪਣੀ ਭਾਸ਼ਾ ਦੇ ਵਿੱਚ ਇੱਕ ਆਪਣੀ ਜਿਹੜੀ ਮੈਥਡੋਲੋਜੀ ਡਿਵੈਲਪ ਹੋਊਗੀ। ਬੇਸਿਕ ਮਕਸਦ ਜਿਹੜਾ ਇਸ ਸਾਰੀ ਕਿਤਾਬ ਦਾ, ਇਸ ਅਨੁਵਾਦ ਸੰਬੰਧੀ ਚਰਚਾ ਦਾ ਇਹੀ ਹੈ। ਔਰ ਅਨੁਵਾਦ ਤਾਂ ਪੰਜਾਬੀ ਦੇ ਵਿੱਚ ਬਹੁਤ ਸਾਰੇ ਹੋ ਰਹੇ ਨੇ, ਪਰ ਅਨੁਵਾਦ ਅਧਿਐਨ ਬਾਰੇ ਕੋਈ ਪੁਸਤਕ ਜਾਂ ਅਨੁਵਾਦ ਅਧਿਐਨ ਬਾਰੇ ਪੰਜਾਬ ਦੀਆਂ ਕਿਸੇ ਵੀ ਯੂਨੀਵਰਸਿਟੀਆਂ ਦੇ ਵਿੱਚ ਹਜੇ ਕੋਈ ਡਿਪਾਰਟਮੈਂਟ ਨਹੀਂ ਹੈਗਾ। ਇਸ ਕਰਕੇ ਅਨੁਵਾਦ ਦੀ ਪਰਿਭਾਸ਼ਾ ਬਾਰੇ, ਅਨੁਵਾਦ ਦੇ ਇਤਿਹਾਸ ਬਾਰੇ, ਅਨੁਵਾਦ ਦੀ ਰਾਜਨੀਤੀ ਬਾਰੇ ਕੋਈ ਜ਼ਿਆਦਾ ਚਰਚਾ ਨਹੀਂ ਹੁੰਦੀ। ਅਨੁਵਾਦ ਤਾਂ ਬਹੁਤ ਸਾਰੇ ਚੱਲਦੇ ਰਹਿੰਦੇ ਨੇ, ਹੋ ਰਹੇ ਨੇ, ਬਹੁਤ ਚੰਗਾ ਕੰਮ ਹੋ ਰਿਹਾ, ਪਰ ਅਨੁਵਾਦ ਬਾਰੇ ਇਸ ਤੋਂ ਪਹਿਲਾਂ ਕੋਈ ਵੀ ਪੁਸਤਕ ਉਸ ਤਰ੍ਹਾਂ ਜਿਹੜੀ ਅਵੇਲੇਬਲ ਨਹੀਂ ਸੀ। ਇੱਕ ਅਨੁਵਾਦ ਦਾ ਸੰਵਾਦ ਅੱਜ ਤੋਂ 20 ਸਾਲ ਪਹਿਲਾਂ ਉਹ ਵੀ ਮੇਰੇ ਦੁਆਰਾ ਹੀ ਲਿਖੀ ਗਈ ਸੀ, ਲੇਕਿਨ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਇੰਪਰੂਵਮੈਂਟ ਦੀ ਲੋੜ ਸੀਗੀ। ਇਸ ਕਿਤਾਬ ਦੇ ਵਿੱਚ ਮੈਂ ਅਨੁਵਾਦ ਦੀ ਪਰਿਭਾਸ਼ਾ ਦਿੰਦੇ ਹੋਏ ਇਸ ਤਰ੍ਹਾਂ ਚੀਜ਼ਾਂ ਨੂੰ ਰੱਖਿਆ ਕਿ ਇੱਕ ਤਾਂ ਪੱਛਮੀ ਜਿਹੜੀ ਧਾਰਨਾ ਹੈ ਅਨੁਵਾਦ ਨੂੰ ਲੈ ਕੇ, ਜਿਹਦੇ ਵਿੱਚ ਇੱਕ ਮੂਲ ਲਿਖਤ ਹੈ, ਸੋਰਸ ਲੈਂਗੁਏਜ ਹੈ, ਇੱਕ ਟਾਰਗੇਟ ਲੈਂਗੁਏਜ ਹੈ, ਔਰ ਇੱਕ ਜਾਂ ਮਾਸਟਰ ਭਾਸ਼ਾ ਹੈ, ਜਾਂ ਉਹਨਾਂ ਦਾ ਜਿਹੜਾ ਅਨੁਵਾਦ ਦੀ ਪਰਿਭਾਸ਼ਾ ਹੈ ਉਹਦੇ ਵਿੱਚ ਬਹੁਤ ਸਾਰੀਆਂ ਦਰਜੇਬੰਦੀਆਂ ਜਿਹੜੀਆਂ ਸ਼ਾਮਿਲ ਨੇ। ਦੂਜੇ ਪਾਸੇ ਜਿਹੜਾ ਏਸ਼ੀਅਨ ਜਿਹੜਾ ਕਨਸੈਪਟ ਆਫ ਟਰਾਂਸਲੇਸ਼ਨ ਹੈ, ਜਾਂ ਭਾਰਤੀ ਸੰਦਰਭ ਵਿੱਚ ਦੇਖੀਏ ਤਾਂ ਉਹ ਅਨੁਵਾਦ ਨੂੰ ਜਿਹੜਾ ਇੱਕ ਦਰਜੇਬੰਦੀ ਵਾਲਾ ਕਾਰਜ ਨਾ ਮੰਨਦੇ ਹੋਏ, ਉੱਥੇ ਜਿਹੜਾ ਇੱਕ ਮੂਲ ਲੇਖਕ ਅਤੇ ਅਨੁਵਾਦਕ ਦੇ ਵਿੱਚ ਜਿਹੜਾ ਪਾੜਾ ਹੈ ਜਾਂ ਦਰਜੇਬੰਦੀ ਹੈ ਉਹ ਖਤਮ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਨਾਲ ਮੈਂ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਹੁਣ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਕੋਈ ਜਿਵੇਂ ਕਹਿ ਦਿੰਦੇ ਸੀ ਕਿ ਅਨੁਵਾਦ ਇੱਕ ਜਿਹੜਾ ਦੁਜੈਲਾ ਕਾਰਜ ਹੈ ਜਾਂ ਇਹ ਓਨਾ ਕ੍ਰੀਏਟਿਵ ਨਹੀਂ ਹੈਗਾ। ਹੁਣ ਇਹ ਗੱਲ ਖੈਰ ਸਾਫ਼ ਹੋ ਚੁੱਕੀ ਹੈ ਕਿ ਅਨੁਵਾਦ ਇੱਕ ਸਿਰਜਣਾਤਮਕ ਅਤੇ ਬਹੁਤ ਹੀ ਅਹਿਮ ਅਤੇ ਇੱਕ ਮਹੱਤਵਪੂਰਨ ਕਾਰਜ ਹੈ। ਅਤੇ ਅਨੁਵਾਦ ਦੇ ਮੋਟੇ ਤੌਰ 'ਤੇ ਕਹਿਣਾ ਹੋਵੇ ਕਿ ਦੋਵੇਂ ਭਾਸ਼ਾਵਾਂ, ਜਿਸ
ਦੇ ਵਿੱਚ ਅਨੁਵਾਦ ਹੋ ਰਿਹਾ ਤੇ ਜਿਸ ਤੋਂ ਅਨੁਵਾਦ ਹੋ ਰਿਹਾ, ਦੋਨਾਂ ਦੇ ਵਿੱਚ ਬਹੁਤ ਚੰਗੀ ਮਹਾਰਤ ਤਾਂ ਹਾਸਲ ਹੋਣੀ ਹੀ ਚਾਹੀਦੀ ਹੈ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ। ਪਰ ਉਸ ਦੇ ਨਾਲ ਨਾਲ ਜਿਸ ਵਿਸ਼ੇ ਦੀ ਜਿਹੜੀ ਪੁਸਤਕ ਅਨੁਵਾਦ ਹੋ ਰਹੀ ਹੈ, ਉਸ 'ਤੇ ਵੀ ਜਿਹੜੀ ਉਸ ਵਿਸ਼ੇ ਬਾਰੇ ਵੀ ਚੰਗੀ ਪਕੜ ਹੋਣੀ ਚਾਹੀਦੀ ਹੈ। ਅਨੁਵਾਦ ਬਾਰੇ ਮੈਂ ਆਪਣੇ ਵਿਚਾਰ ਇਸ ਵਿੱਚ ਲਿਖਣ ਲੱਗੇ, ਖਾਸ ਕਰ ਮੈਂ ਜੋ ਅਨੁਵਾਦ ਬਾਰੇ ਮੇਰਾ ਅਭਿਆਸ ਹੈ, ਜੇ ਪਿਛਲੇ 20 ਸਾਲਾਂ ਤੋਂ ਮੈਂ 10-11 ਕਿਤਾਬਾਂ ਅਨੁਵਾਦ ਕੀਤੀਆਂ, ਉਸ ਦੇ ਵਿੱਚੋਂ ਤੇ ਜਿਹੜੇ ਦੁਨੀਆ ਦੇ ਵੱਖੋ ਵੱਖਰੇ ਵਿਦਵਾਨ ਜਿਹੜੇ ਅਨੁਵਾਦ ਕਰ ਰਹੇ ਨੇ ਜਾਂ ਅਨੁਵਾਦ ਸਿਧਾਂਤਕਾਰ ਨੇ, ਉਹਨਾਂ ਤੋਂ ਕੁਝ ਰੈਫਰੈਂਸ ਲੈ ਕੇ ਇਸ ਕਿਤਾਬ ਦੇ ਵਿੱਚ ਦਰਜ ਕੀਤੇ ਨੇ। ਦੂਸਰਾ ਜਿਹੜਾ ਪਾਠ ਇਸ ਕਿਤਾਬ ਦੇ ਵਿੱਚ ਹੈਗਾ ਅਨੁਵਾਦ ਦੀਆਂ ਕਿਸਮਾਂ ਦੇ ਬਾਰੇ, ਉਹਦੇ ਵਿੱਚ ਮੋਟੇ ਤੌਰ 'ਤੇ ਇਹੀ ਕੋਸ਼ਿਸ਼ ਕੀਤੀ ਹੈ ਕਹਿਣ ਦੀ ਕਿ ਇੱਕ ਸਾਹਿਤਕ ਅਨੁਵਾਦ ਹੁੰਦਾ, ਇੱਕ ਜਿਹੜਾ ਗੈਰ ਸਾਹਿਤਕ ਅਨੁਵਾਦ ਹੁੰਦਾ। ਸਾਹਿਤ ਦਾ ਜਦੋਂ ਅਨੁਵਾਦ ਕਰਦੇ ਹਾਂ, ਉਹਦੇ ਵਿੱਚ ਨਾ ਸਿਰਫ ਵਿਸ਼ੇ ਦਾ ਧਿਆਨ ਰੱਖਿਆ ਜਾਂਦਾ, ਸਗੋਂ ਉਸ ਦੇ ਵਿੱਚ ਜਿਹੜਾ ਸ਼ੈਲੀ ਦਾ, ਉਸ ਦੇ ਸਟਾਈਲ ਦਾ, ਉਸ ਦੀ ਜਿਹੜੀ ਲੈਂਗੁਏਜ ਦਾ, ਟੋਨ ਦਾ, ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ। ਦੂਸਰਾ ਜਿਹੜਾ ਗੈਰ ਸਾਹਿਤਕ ਭਾਸ਼ਾ ਹੁੰਦੀ ਹੈ, ਉਸ ਵਿੱਚ ਜਿਵੇਂ ਕੋਈ ਮੈਥਸ ਦੇ ਫਾਰਮੂਲੇਜ਼ ਨੇ ਜਾਂ ਸਾਇੰਸ ਦੇ ਕੁਝ ਸਿਧਾਂਤ ਨੇ, ਉਹ ਜਿਹੜੇ ਆਪਾਂ ਕਰਨ ਲੱਗੇ ਵਰਡ ਟੂ ਵਰਡ ਵੀ ਕਰ ਸਕਦੇ ਹਾਂ। ਦੋ ਤਰ੍ਹਾਂ ਨਾਲ ਬੇਸਿਕਲੀ ਇਸ ਨੂੰ ਵੰਡ ਸਕਦੇ ਹਾਂ, ਇੱਕ ਤਾਂ ਵਰਡ ਟੂ ਵਰਡ ਅਨੁਵਾਦ, ਸ਼ਾਬਦਿਕ ਅਨੁਵਾਦ ਜਿਸ ਨੂੰ ਕਹਿ ਦਿੰਦੇ ਨੇ, ਦੂਸਰਾ ਭਾਵ ਤੋਂ ਭਾਵ ਅਨੁਵਾਦ। ਤਾਂ ਜਦੋਂ ਸਾਹਿਤਕ ਰਚਨਾ ਦਾ ਅਨੁਵਾਦ ਕਰਦੇ ਹਾਂ ਤਾਂ ਦੋਨੋਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ, ਔਰ ਖਾਸ ਕਰ ਜਿਹੜਾ ਭਾਵ ਤੋਂ ਭਾਵ ਅਨੁਵਾਦ 'ਤੇ ਖਾਸ ਤਰਜੀਹ ਦੇਣੀ ਪੈਂਦੀ ਹੈ। ਇਸੇ ਤਰ੍ਹਾਂ ਇਸ ਪੁਸਤਕ ਦੇ ਵਿੱਚ ਅਨੁਵਾਦ ਦੇ ਇਤਿਹਾਸ ਬਾਰੇ ਕੁਝ ਲਿਖਿਆ ਗਿਆ ਕਿ ਅਨੁਵਾਦ ਕਿੱਥੋਂ ਸ਼ੁਰੂ ਹੋਇਆ, ਔਰ ਉਹ ਖਾਸ ਕਰ ਜਿਹੜਾ ਪੰਜਾਬੀ ਦੇ ਬਾਰੇ ਇਸ ਤਰ੍ਹਾਂ ਦੀ ਜਿਹੜੀ ਕੋਈ ਲਿਖਤ ਨਹੀਂ ਮਿਲਦੀ ਜਿਸ ਵਿੱਚ ਇੱਕ ਵਿਉਂਤਬੰਦ ਤਰੀਕੇ ਨਾਲ ਦੱਸਿਆ ਹੋਵੇ ਕਿ ਅਨੁਵਾਦ ਜਿਹੜਾ ਪੰਜਾਬੀ ਵਿੱਚ ਜਾਂ ਪੰਜਾਬੀ ਤੋਂ ਕਦੋਂ ਹੋਣੇ ਸ਼ੁਰੂ ਹੋਏ। ਤਾਂ ਉਸ ਦੀ ਇਤਿਹਾਸਕਾਰੀ, ਹਾਲਾਂਕਿ ਬਾਕੀ ਸਾਰੀਆਂ ਭਾਸ਼ਾਵਾਂ ਦੇ ਵਿੱਚ, ਅਸਮੀ, ਤਾਮਿਲ, ਗੁਜਰਾਤੀ ਦੇ ਵਿੱਚ ਜਿਸ ਤਰ੍ਹਾਂ ਅਨੁਵਾਦ ਹੋਏ, ਉਹਨਾਂ ਦਾ ਇੱਕ ਵਿਉਂਤਬੰਦ ਇਤਿਹਾਸਕਾਰੀ ਮਿਲ ਜਾਂਦੀ ਹੈ, ਲੇਕਿਨ ਪੰਜਾਬੀ ਦੇ ਵਿੱਚ ਨਹੀਂ। ਮੈਂ ਇਹਦੇ ਵਿੱਚ ਇੱਕ ਕੋਸ਼ਿਸ਼ ਕੀਤੀ ਹੈ ਕਿ 6-7 ਖੰਡਾਂ ਦੇ ਵਿੱਚ ਵੰਡ ਕੇ ਇਸ ਸਾਰੇ ਅਨੁਵਾਦ ਦੀ ਇਤਿਹਾਸਕਾਰੀ ਨੂੰ, ਪੰਜਾਬੀ ਦੇ ਅਨੁਵਾਦ ਦੀ ਇਤਿਹਾਸਕਾਰੀ ਨੂੰ ਤੁਹਾਡੇ ਸਾਹਮਣੇ ਰੱਖ ਸਕਾਂ। ਜਿਵੇਂ ਛਾਪੇਖਾਨੇ ਤੋਂ ਪਹਿਲਾਂ ਦੇ ਅਨੁਵਾਦ, ਜਿਨ੍ਹਾਂ ਵਿੱਚ ਜ਼ਿਆਦਾਤਰ ਜਿਹੜੇ ਧਾਰਮਿਕ ਲਿਖਤਾਂ ਦੇ ਅਨੁਵਾਦ ਆਉਂਦੇ ਨੇ, ਫਿਰ ਬਸਤੀਵਾਦੀ ਕਾਲ ਦੇ ਵਿੱਚ ਕੁਝ ਅੰਗਰੇਜ਼ ਇੱਥੇ ਆ ਕੇ ਉਹਨਾਂ ਨੇ ਅਨੁਵਾਦ ਕੀਤੇ ਜਾਂ ਕਰਵਾਏ ਪੰਜਾਬੀ ਤੋਂ, ਜਿਹੜੀਆਂ ਅੰਗਰੇਜ਼ੀ ਦੇ ਵਿੱਚ ਅਨੁਵਾਦ ਹੋਏ। ਫਿਰ ਇਸ ਤੋਂ ਬਾਅਦ ਜਿਹੜਾ ਸੋਵੀਅਤ ਸੰਘ ਦੇ ਛਾਪੇਖਾਨਿਆਂ ਦੇ ਵਿੱਚ ਅਨੁਵਾਦ ਹੋਏ, ਕਿਵੇਂ ਉਹਨਾਂ ਨੇ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਅਤੇ ਅਨੁਵਾਦ ਕਰਾਏ। ਫਿਰ ਆਜ਼ਾਦੀ ਤੋਂ ਬਾਅਦ ਜਿਹੜਾ ਨੇਸ਼ਨ ਬਿਲਡਿੰਗ ਦੇ ਕੰਸੈਪਟ ਹੇਠ ਅਨੁਵਾਦ ਹੋਏ, ਜਿਨ੍ਹਾਂ ਵਿੱਚ ਨੈਸ਼ਨਲ ਬੁੱਕ ਟਰਸਟ, ਸਾਹਿਤ ਅਕੈਡਮੀਆਂ, ਭਾਸ਼ਾ ਵਿਭਾਗ, ਯੂਨੀਵਰਸਿਟੀਆਂ, ਇਸ ਤਰ੍ਹਾਂ ਦੇ ਅਦਾਰਿਆਂ ਨੇ ਬਹੁਤ ਕੰਮ ਕੀਤਾ। ਅਤੇ 1991 ਤੋਂ ਅੱਜ ਤੱਕ ਦੇ ਜਿੰਨੇ ਵੀ ਅਨੁਵਾਦ ਹੋਏ, ਅਤੇ ਦਲਿਤ ਸਾਹਿਤ ਦਾ ਜਿਹੜਾ ਪੰਜਾਬੀ ਵਿੱਚ ਜਾਂ ਪੰਜਾਬੀ ਤੋਂ ਅਨੁਵਾਦ ਹੋਇਆ, ਉਸ ਬਾਰੇ ਜ਼ਿਕਰ ਕੀਤਾ। ਅਤੇ ਜਿੰਨਾ ਜਿਹੜਾ ਸਾਡਾ ਪ੍ਰਵਾਸੀ ਸਾਹਿਤ ਹੈ, ਡਾਇਸਪੋਰਿਕ ਲਿਟਰੇਚਰ ਹੈ, ਉਸ ਦੇ ਅਨੁਵਾਦ ਦੇ ਕੀ ਟਰੈਂਡ ਰਹੇ, ਉਹ ਮੈਂ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਲ ਹੀ ਇੱਕ ਬਹੁਤ ਅਹਿਮ ਇਸ ਦੇ ਵਿੱਚ ਪਾਰਟ ਹੈਗਾ ਅਨੁਵਾਦ ਦੀ ਰਾਜਨੀਤੀ, ਕਿਉਂਕਿ ਅਨੁਵਾਦ ਕੋਈ ਜਿਹੜਾ ਇੱਕ ਨਿਊਟਰਲ ਜਾਂ ਕੋਈ ਰਾਜਨੀਤੀ ਤੋਂ ਵੱਖਰੀ ਚੀਜ਼ ਨਹੀਂ ਦੇਖੀ ਜਾ ਸਕਦੀ, ਬਲਕਿ ਅਨੁਵਾਦ ਦੀ ਵੀ ਇੱਕ ਆਪਣੀ ਰਾਜਨੀਤੀ ਹੁੰਦੀ ਹੈ। ਨਮੂਨੇ ਦੇ ਤੌਰ 'ਤੇ ਜੇ ਬਸਤੀਵਾਦੀ ਕਾਲ ਵਿੱਚ ਹੋਏ ਅਨੁਵਾਦਾਂ ਦਾ ਦੇਖਣਾ ਹੋਵੇ ਤਾਂ ਉਹਦੇ ਵਿੱਚ ਕੋਈ ਪਰਪਸ ਇਹ ਨਹੀਂ ਸੀ ਕਿ ਗਿਆਨ ਪਰੰਪਰਾ ਨੂੰ ਸਾਂਝਾ ਕੀਤਾ ਜਾਵੇ, ਬਲਕਿ ਇਹ ਸੀ ਕਿ ਕਿਵੇਂ ਤੁਸੀਂ ਜਿਹੜੇ ਲੋਕਲ ਲੋਕ ਹੈ ਉਹਨਾਂ ਬਾਰੇ ਜਾਣ ਸਕਦੇ ਹੋ ਤਾਂ ਕਿ ਉਹਨਾਂ 'ਤੇ ਰਾਜ ਕਰ ਸਕੋ। ਇਸ ਤਰ੍ਹਾਂ ਨਾਲ ਜਿਹੜੀ ਅਨੁਵਾਦ ਦੇ ਵਿੱਚ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੀ ਰਾਜਨੀਤੀ ਦੇ ਵਿੱਚ ਰੁਝਾਨ ਆਏ, ਉਹ ਜ਼ਿਕਰ ਕੀਤਾ। ਨਾਲ ਹੀ ਇਸ ਕਿਤਾਬ ਦੇ ਵਿੱਚ ਬਹੁਤ ਜਿਹੜੀ ਅੱਜ ਕੱਲ੍ਹ ਉੱਭਰ ਕੇ ਸਾਹਮਣੇ ਆ ਰਿਹਾ ਜਿਹੜਾ ਵਿਸ਼ਾ ਮਸ਼ੀਨ ਟਰਾਂਸਲੇਸ਼ਨ ਵਾਲਾ, ਉਸ 'ਤੇ ਵੀ ਇੱਕ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਮਸ਼ੀਨ ਟਰਾਂਸਲੇਸ਼ਨ ਦਾ ਜਿਹੜਾ ਕਾਰਜ ਹੈ ਉਹ ਸ਼ੁਰੂ ਹੋਇਆ ਅਤੇ ਕਿਵੇਂ ਉਹਦੇ ਵਿੱਚ ਜਿਹੜੀ ਹੈ ਡਿਵੈਲਪਮੈਂਟ ਆਉਂਦੀ ਗਈ, ਔਰ ਕਿਵੇਂ ਇਸ ਕਿਤਾਬ ਦੇ ਵਿੱਚ ਲਿਖਿਆ ਕਿ ਅਨੁਵਾਦ ਅਤੇ ਜੈਂਡਰ ਇਸ਼ੂ ਦਾ ਆਪਸ 'ਚ ਕੀ ਸੰਬੰਧ ਹੈ।
ਜਿਵੇਂ ਉਹ ਕਹਿੰਦੇ ਨੇ ਕਿ ਬੇਸਿਕਲੀ ਅਨੁਵਾਦਕ ਜਿਹੜਾ ਹੁੰਦਾ ਹੈ ਉਸ ਦਾ ਕਾਰਜ ਜਿਹੜਾ ਔਰਤ ਦੇ ਕਾਰਜ ਨਾਲ ਹੀ ਮਿਲਦਾ ਜੁਲਦਾ ਹੁੰਦਾ ਹੈ। ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਕਿ ਔਰਤ ਜ਼ਿਆਦਾ ਕ੍ਰੀਏਟਿਵ ਹੁੰਦੀ ਹੈ, ਉਹਦੇ ਵਿੱਚ ਜ਼ਿਆਦਾ ਐਡਜਸਟਿੰਗ ਪਾਵਰ ਹੁੰਦੀ ਹੈ, ਇਸੇ ਤਰ੍ਹਾਂ ਅਨੁਵਾਦਕ ਵੀ ਦੂਜੀ ਲਿਖਤ ਨੂੰ ਆਪਣੇ ਅੰਦਰ ਸਮਾ ਲੈਂਦਾ ਅਤੇ ਫਿਰ ਇੱਕ ਦੂਸਰੀ ਭਾਸ਼ਾ ਦੇ ਵਿੱਚ ਇੱਕ ਨਵੀਂ ਟੈਕਸਟ ਜਿਹੜੀ ਹੈ ਦੀ ਸਿਰਜਣਾ ਕਰਦਾ ਹੈ। ਇੱਕ ਇਸ ਕਿਤਾਬ ਦੇ ਵਿੱਚ ਮੈਂ ਬਹੁਤ ਖਾਸ ਧਿਆਨ ਰੱਖਿਆ ਔਰ ਇਸ ਮੇਰੀ ਮਦਦ ਇਸ ਵਿੱਚ ਪ੍ਰੋਫੈਸਰ ਅਕਸ਼ੇ ਕੁਮਾਰ ਨੇ ਬਹੁਤ ਕੀਤੀ ਹੈ ਕਿ ਇਸ ਕਿਤਾਬ ਦੀ ਪ੍ਰੋਪਰ ਡਾਕੂਮੈਂਟੇਸ਼ਨ ਕੀਤੀ ਜਾਵੇ। ਜਿੱਥੋਂ ਵੀ ਕੋਈ ਰੈਫਰੈਂਸ ਲਿਆ ਗਿਆ ਉਸ ਨੂੰ ਪ੍ਰੋਪਰ ਪੇਜ ਨੰਬਰ ਅਤੇ ਰੈਫਰੈਂਸ ਉਸ ਦਾ ਦੇ ਕੇ ਐਂਡ ਦੇ ਵਿੱਚ ਵਰਕ ਸਾਈਟਡ ਬਿਬਲੀਓਗ੍ਰਾਫੀ ਦਿੱਤੀ ਜਾਵੇ ਅਤੇ ਜਿਹੜੇ ਇੱਕ ਸੰਕਲਪ ਵਾਲੇ ਸ਼ਬਦ ਸੀਗੇ, ਕੰਸੈਪਚੁਅਲ ਵਰਡਸ ਨੇ, ਉਹਨਾਂ ਦਾ ਇੱਕ ਫੁੱਟ ਨੋਟ ਦੇ ਤੌਰ 'ਤੇ ਇੱਕ ਐਂਡ ਨੋਟ ਵੀ ਇੱਕ ਇਹਦੇ ਵਿੱਚ ਚੈਪਟਰ ਬਣਾਇਆ ਅਤੇ ਇਹ ਸਾਰੀ ਜਿਹੜੀ ਕਿਤਾਬ ਦੇ ਐਂਡ ਦੇ ਵਿੱਚ ਕੁਛ ਸ਼ਬਦਾਵਲੀ ਵੀ ਦਿੱਤੀ ਹੈ ਜਿਹੜੀ ਅਨੁਵਾਦ ਦੇ ਵਿੱਚ ਕਾਫੀ ਜਿਹੜੀ ਹੈਲਪਫੁਲ ਹੁੰਦੀ ਹੈ। ਇਸ ਪੁਸਤਕ ਦੀ ਭੂਮਿਕਾ ਵਿੱਚੋਂ ਮੈਂ ਇੱਕ ਪੈਰਾਗ੍ਰਾਫ ਤੁਹਾਡੇ ਨਾਲ ਜਿਹੜਾ ਸਾਂਝਾ ਕਰਨਾ ਚਾਹਣਾ। ਇਸ ਪੁਸਤਕ ਰਾਹੀਂ ਮੇਰੀ ਕੋਸ਼ਿਸ਼ ਅਨੁਵਾਦ ਦੇ ਵੱਖੋ ਵੱਖਰੇ ਪੱਖਾਂ ਨੂੰ ਸਮਝਣਾ ਹੈ। ਇਸ ਦੇ ਨਾਲ ਨਾਲ ਇਹ ਵੀ ਜਾਣਨਾ ਹੈ ਕਿ ਅਨੁਵਾਦ ਨੇ ਭਾਰਤੀ ਗਿਆਨ ਪਰੰਪਰਾ 'ਤੇ ਕੀ ਅਸਰ ਪਾਏ ਅਤੇ ਭਾਰਤੀ ਲਿਖਤਾਂ ਦੇ ਅਨੁਵਾਦ ਨੇ ਦੁਨੀਆ 'ਤੇ ਕੀ ਅਸਰ ਪਾਇਆ। ਉਹਨਾਂ ਦੇ ਆਪਸੀ ਸੰਬੰਧ ਕੀ ਹਨ। ਅਨੁਵਾਦ ਦੀ ਪਰਿਭਾਸ਼ਾ, ਇਤਿਹਾਸ, ਕਿਸਮਾਂ, ਰਾਜਨੀਤੀ ਆਦਿ ਦੀ ਜਾਣਕਾਰੀ ਦੇ ਨਾਲ ਨਾਲ ਭਾਰਤ ਵਿਚਲੇ ਬਹੁ ਸੱਭਿਆਚਾਰਾਂ ਦੀ ਹੋਂਦ ਦੇ ਸੰਦਰਭ ਵਿੱਚ ਅਨੁਵਾਦ ਨੇ ਕਿਵੇਂ ਯੋਗਦਾਨ ਪਾਇਆ। ਰਾਜਨੈਤਿਕ, ਆਰਥਿਕ ਅਤੇ ਸਮਾਜਿਕ ਬਦਲਾਵਾਂ ਦੌਰਾਨ ਅਨੁਵਾਦ ਵਿੱਚ ਕੀ ਫਰਕ ਆਇਆ। ਬਸਤੀਵਾਦੀ ਯੁੱਗ ਤੋਂ ਪਹਿਲਾਂ ਬਹੁਤੇ ਅਨੁਵਾਦ ਖਾਸ ਕਰਕੇ ਪੰਜਾਬੀ ਭਾਸ਼ਾ ਵਿੱਚ ਜ਼ਿਆਦਾ ਨਹੀਂ ਮਿਲਦੇ, ਪਰ ਫਿਰ ਵੀ ਇਸ ਯੁੱਗ ਵਿੱਚ ਹੋਏ ਅਨੁਵਾਦਾਂ ਬਾਰੇ ਚਰਚਾ ਛੇੜਨ ਦਾ ਯਤਨ ਕੀਤਾ ਹੈ। ਇਸ ਪੁਸਤਕ ਵਿੱਚ ਅਨੁਵਾਦ ਬਾਰੇ ਸਾਰੇ ਹੀ ਪ੍ਰਸੰਗਿਕ ਪੱਖ ਰੱਖਣ ਦਾ ਉਪਰਾਲਾ ਕੀਤਾ ਹੈ। ਹਾਲਾਂਕਿ ਹਰੇਕ ਪ੍ਰਸੰਗ ਤੇ ਹੋਰ ਵਿਸਤਾਰ ਨਾਲ ਚਰਚਾ ਕੀਤੀ ਜਾ ਸਕਦੀ ਹੈ, ਪਰ ਇਹ ਅਨੁਵਾਦ ਅਧਿਐਨ ਬਾਰੇ ਮੁੱਢਲਾ ਕੰਮ ਹੈ। ਉਮੀਦ ਹੈ ਕਿ ਅਨੁਵਾਦ ਬਾਰੇ ਹੋਰ ਬਹੁਤ ਸਾਰੇ ਖੋਜ ਕਾਰਜ ਆਉਣ ਵਾਲੇ ਸਮੇਂ ਵਿੱਚ ਵੀ ਪੜ੍ਹਨ ਨੂੰ ਮਿਲਣਗੇ। ਪੰਜਾਬੀ ਵਿੱਚ ਅਨੁਵਾਦ ਅਧਿਐਨ ਬਾਰੇ ਪੁਸਤਕਾਂ ਦੀ ਅਣਹੋਂਦ ਨੂੰ ਧਿਆਨ ਵਿੱਚ ਰੱਖ ਕੇ ਜੋ ਵੀ ਸੁਝਾਅ ਤੁਸੀਂ ਦੇਵੋਗੇ ਉਹਨਾਂ ਦਾ ਮੈਂ ਸਵਾਗਤ ਕਰੂੰਗਾ। ਅਖੀਰ ਵਿੱਚ ਤਾਜ ਭੋਪਾਲੀ ਦਾ ਸ਼ੇਅਰ ਧਿਆਨ ਵਿੱਚ ਆਇਆ ਹੈ ਜੋ ਅਨੁਵਾਦ ਦੀ ਭੂਮਿਕਾ ਬਾਰੇ बिल्कुल सही बैठता है। हमें एक दूसरे के जहन की खुशबू नहीं आती, मुझे हिंदी नहीं आती, तुम्हें उर्दू नहीं आती। तो एक दूसरे दे जहन की खुशबू लैन लई अनुवाद एक बहुत बड़ी भूमिका निभा सकता है। इस पुस्तक का जिहड़ा प्रीफेस या पेश लफज प्रोफैसर अक्षय कुमार ने लिखिया, मैं वो भी उन्होंने शुरुआती लाइनां तुहाडे नाल साझीआं करना चाहना। गल एक भाषा विच लिखी रचना दा दूजी भाषा विच अनुवाद होने तक सीमित नहीं है। अनुवाद जां फिर तरजमा नूं दो भाषावां दे आदान प्रदान तक सीमित रखना अनुवाद नूं किसी हद तक एक अकादमिक जिही कारगुजारी बना दिंदा है। अनुवाद तहजीबां दा हुंदा है, मनुखां दा हुंदा है अते संपूर्ण मानवी अस्तित्व दा हुंदा है। अनुवाद कोई वन टाइम एक्टिविटी महज एक बार होने वाला कारज नहीं, सगों ये लगातार चलण वाली अंतहीन प्रक्रिया है। अनुवाद साडे चों होके लंघदा है अते साडे तो अगे अते होर अगे वधदा रहिंदा है। असीं सारे अनुवाद दे प्रोडक्ट हां अते अनुवाद दे सिरजक भी हाँ। साडे चों कौन अजिहा शख्स है जो ये दावा कर सके कि वो सच्चा सुच्चा ते निरोल मौलिक जीव है। असी DNA की हद तक ट्रांसलेटेड हाँ। सदियां तो जेनेटिक म्यूटेशन हुंदियां आईयां हन। ये लगातार होने वालियां तब्दीलियां अनुवाद के वर्तारे नूं इतिहास अते भूगोल ਦੇ ਸੀਮਿਤ ਸਮਿਆਂ ਅਤੇ ਵਿਸਤਾਰਾਂ ਤੋਂ ਵੀ ਪਰੇ ਲੈ ਜਾਂਦੀਆਂ ਹਨ। ਇਹ ਗੱਲ ਤਾਂ ਅਨੁਵਾਦ ਨੂੰ ਵੱਡੇ ਸੰਦਰਭਾਂ ਵਿੱਚ ਦੇਖਣ ਦੀ ਹੋਈ। ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਕਿਤਾਬ ਨੂੰ ਦੇਖੋਗੇ, ਪੜ੍ਹੋਗੇ ਅਤੇ ਜੋ ਕੁਝ ਇਸ ਕਿਤਾਬ ਦੇ ਵਿੱਚ ਕਮੀਆਂ ਨੇ ਉਸ ਦੇ ਬਾਰੇ ਆਪਣੀ ਜ਼ਰੂਰ
ਰਾਏ ਦਿਓਗੇ। ਤੁਹਾਡਾ ਬਹੁਤ ਬਹੁਤ ਮਿਹਰਬਾਨੀ।